मंच ते शोभत डॉक्टर इंद्रजीत कौर जी, डॉक्टर नछत्तर सिंह, पंडाल च बैठे बाबा जी ਅਤੇ ਹੋਰ ਸਰੋਤਾਗਣ ਸਾਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸੈਮੀਨਾਰ ਦਾ ਵਿਸ਼ਾ ਹੈ ਸਭਨਾਂ ਦਾ ਸਾਂਝਾ ਗੁਰੂ ਅਤੇ ਮੇਰੇ ਪੇਪਰ ਦਾ ਵਿਸ਼ਾ ਅੱਜ ਦਾ ਹੈਗਾ ਏ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚ ਮਨੁੱਖੀ ਸਹਿ ਹੋਂਦ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੀ ਫਿਲਾਸਫੀ ਦਾ ਜਿਹੜਾ ਕੇਂਦਰੀ ਧੁਰਾ ਆ ਉਹ ਇਹੋ ਹੀ ਬਣਦਾ ਆ, ਜਿਹੜੀ ਇਹ ਮਨੁੱਖੀ ਸਹਿ ਹੋਂਦ ਜਿਹੜੀ ਏ, ਅੰਗਰੇਜ਼ੀ 'ਚ ਕਹਿੰਦੇ ਨੇ ਕੋਐਗਜ਼ਿਸਟੈਂਸ, ਦੂਸਰੇ ਦੀ ਹੋਂਦ ਨੂੰ ਸਵੀਕਾਰ ਕਰਨਾ, ਖਾਸ ਕਰ ਉਹਨਾਂ ਲੋਕਾਂ ਦੀ ਜਿਨ੍ਹਾਂ ਦਾ ਧਰਮ, ਵਿਸ਼ਵਾਸ, ਰੰਗ, ਭਾਸ਼ਾ, ਸੱਭਿਆਚਾਰ ਸਾਡੇ ਨਾਲ ਵੱਖਰਾ ਹੋਵੇ, ਉਸ ਨੂੰ ਅਸੈਪਟ ਕਰਨਾ ਵੀ ਉਹ ਸਾਡੇ ਵਰਗੇ ਨੇ। ਇਸ ਨੂੰ ਕਹਿੰਦੇ ਨੇ ਮਨੁੱਖੀ ਸਹਿ ਹੋਂਦ। ਅਸੀਂ ਧਰਮਾਂ ਦੇ ਇਤਿਹਾਸ ਦੇਖਦੇ ਹਾਂ, ਮੁੱਢ ਕਦੀਮ ਤੋਂ ਸਹਿ ਹੋਂਦ ਦਾ ਬੜਾ ਅਭਾਵ ਰਿਹਾ ਹੈ। ਸਹਿ ਹੋਂਦ ਦਿਸਦੀ ਨਹੀਂ ਸਾਨੂੰ। ਭਾਰਤ ਵਿੱਚੋਂ ਜਿਹੜਾ ਆ ਆਰੀਆ ਲੋਕਾਂ ਨੂੰ ਕੱਢਿਆ ਗਿਆ ਦਰਾਵੜਾਂ ਨੇ। ਜਦੋਂ ਬੁੱਧ ਤੇ ਧਰਮ, ਜੈਨ ਧਰਮ ਆਏ, ਉਹਨਾਂ ਨੂੰ ਭਾਰਤ ਤੋਂ ਬਾਹਰ ਜਾ ਕੇ ਪੈਰ ਅਜਮਾਉਣੇ ਪਏ ਇਸੇ ਸਹਿ ਹੋਂਦ ਦੀ ਘਾਟ ਦੇ ਕਾਰਨ। ਇਹ ਸਹਿ ਹੋਂਦ ਦੀ ਕਮੀ ਜਿਹੜੀ ਇਹ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਵੀ ਬਰਕਰਾਰ ਸੀ। ਉਸ ਸਮੇਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਹਵਾਲੇ ਮਿਲਦੇ ਨੇ। ਜੁਗ ਗਰਦੀ ਜਬ ਹੋਵੇ ਉਲਟੇ ਜੁਗ ਕਿਆ ਹੋਏ ਵਰਤਾਰਾ, ਉਠੇ ਗਲਾਨੀ ਜਗਤ ਵਿੱਚ ਵਰਤੈ ਭਾਵ ਪ੍ਰਿਸ਼ਟ ਸੰਸਾਰਾ, ਵਰਨਾ ਵਰਨਾ ਭਾਵਨੀ ਖਹਿ ਖਹਿ ਬਲਨ ਜਲਨ ਬਾਸ ਅੰਗਿਆਰਾ। ਹੋਰ ਕਹਿੰਦੇ ਨੇ ਜਦੋਂ ਕਿਸੇ ਦੂਸਰੇ ਧਰਮ ਦੀ ਜਿਹੜੇ ਨੇ ਧਰਮ ਸਥਾਨ ਉਹ ਵੀ ਨਹੀਂ ਬਰਦਾਸ਼ਤ ਕੀਤੇ ਜਾਂਦੇ, ਠਾਕਰ ਦੁਆਰੇ ਢਾਹੇ ਕੇ ਤੇ ਠੋੜੀ ਮਾਸੀਤ ਉਸਾਰਾ। ਇੱਕ ਹੋਰ ਪੌੜੀ ਵਿੱਚ ਭਾਈ ਸਾਹਿਬ ਦੱਸ ਰਹੇ ਨੇ, ਚਾਰ ਵਰਨ ਚਾਰ ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨੇ, ਖੁਦੀ ਬਖੀਲੀ ਤਕਬਰੀ, ਖਿੰਚੋ ਤਾਣ ਕਰੇਣ ਧਿਆਣੇ, ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨੇ। ਇਹ ਸਭ ਦਾ ਭਾਵ ਹੈਗਾ ਵੀ ਇਹਦੇ ਵਿੱਚ ਇਸ ਦੇ ਕਾਰਨ ਕੀ ਨੇ ਇਸ ਸਹਿ ਹੋਂਦ ਦੇ, ਅਤੇ ਗੁਰੂ ਸਾਹਿਬ ਨੇ ਸਹਿ ਹੋਂਦ ਕਿਸ ਤਰ੍ਹਾਂ ਜਿਹੜੀ ਪੈਦਾ ਕੀਤੀ ਸੀ ਉਸ ਦੇ ਉੱਪਰ ਕੇਂਦਰਿਤ ਮੈਂ ਸੰਖੇਪ ਵਿੱਚ ਜਿਹੜੀ ਗੱਲ ਕਰਾਂਗਾ। ਵਰਤਮਾਨ ਸਮੇਂ ਵਿੱਚ ਇੱਥੇ ਗਲੋਬਲਾਈਜੇਸ਼ਨ ਕਾਰਨ ਸਾਰੇ ਮਨੁੱਖਤਾ ਨੂੰ ਆਪਸ ਵਿੱਚ ਜਿਹੜਾ ਇਕੱਠੇ ਬੈਠਣ ਦਾ ਮੌਕਾ ਮਿਲਿਆ ਆ, ਉੱਥੇ ਵੀ ਅੱਜ ਵੀ ਜਿਹੜੀ ਇਹ ਨਸਲੀ ਜਿਹੜੇ ਹੁੰਦੇ ਨੇ, ਹਮਲੇ ਹੁੰਦੇ ਨੇ ਬਾਹਰ, ਜੋ ਅਫਗਾਨਿਸਤਾਨ ਵਿੱਚ ਸਿੱਖਾਂ ਉੱਪਰ ਵਾਪਰਿਆ ਆ, ਉਹ ਅੱਜ ਵੀ ਬਰਕਰਾਰ ਆ। ਤਾਂ ਇਸ ਦੇ ਅਸਲ ਕਾਰਨ ਕੀ ਨੇ? ਇਸ ਨਫ਼ਰਤ ਦਾ ਕਾਰਨ ਦੂਸਰੇ ਧਰਮਾਂ ਦੇ ਸਿਧਾਂਤਾਂ, ਅਕੀਦਿਆਂ ਪ੍ਰਤੀ ਅਗਿਆਨਤਾ ਵਿੱਚੋਂ ਪ੍ਰਗਟੀ ਸਵੈ ਹਉਮੈ ਹੁੰਦੀ ਹੈ, ਜੋ ਆਪਣੇ ਇਸ਼ਟ ਤੋਂ ਸਿਵਾ ਕਿਸੇ ਦੂਸਰੇ ਦੀ ਹੋਂਦ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਹੁੰਦੀ। ਜਿਹੜੀ ਇਸ ਨਫ਼ਰਤ ਪਿੱਛੇ ਕਾਰਜਸ਼ੀਲ ਮਨੋਬਿਰਤੀ ਨੂੰ ਧਰਮਾਂ ਦੇ ਫਲਸਫੇ ਵਿੱਚੋਂ ਤਲਾਸ਼ਿਆ ਜਾ ਸਕਦਾ ਹੈ। ਇਸ ਧਰਤੀ ਦਾ ਹਰੇਕ ਆਸਤਕ ਪ੍ਰਾਣੀ ਕਿਸੇ ਨਾ ਕਿਸੇ ਧਰਮ ਵਿਸ਼ਵਾਸ ਨਾਲ ਜੁੜਿਆ ਹੋਇਆ ਹੈ। ਕਿਸੇ ਧਰਮ ਅਕੀਦੇ ਦੇ ਲੋਕਾਂ ਦਾ ਦੂਸਰਿਆਂ ਪ੍ਰਤੀ ਵਿਵਹਾਰ ਇਸ ਗੱਲ ਉੱਪਰ ਨਿਰਭਰ ਕਰਦਾ ਹੈ ਕਿ ਉਹ ਲੋਕ ਜਿਸ ਧਰਮ ਨੂੰ ਮੰਨਦੇ ਹਨ ਉਸ ਧਰਮ ਦਾ ਮਨੁੱਖਤਾ ਪ੍ਰਤੀ ਨਜ਼ਰੀਆ ਕੀ ਹੈ, ਉਸ ਧਰਮ ਨੇ ਉਹਨਾਂ ਨੂੰ ਕਿਹੋ ਜਿਹੀ ਸਿੱਖਿਆ ਦਿੱਤੀ ਹੈ। ਜੇਕਰ ਕਿਸੇ ਧਰਮ ਨੇ ਆਪਣੇ ਪੈਰੋਕਾਰਾਂ ਵਿੱਚ ਸਿਰਫ ਕੌਮੀਅਤ ਦੀ ਭਾਵਨਾ ਹੀ ਭਰੀ ਹੈ, ਉਹਨਾਂ ਅੰਦਰ ਮਨੁੱਖਤਾਵਾਦੀ ਭਾਵਨਾ ਨਹੀਂ, ਤਾਂ ਨਿਸ਼ਚਿਤ ਹੀ ਉਹ ਲੋਕ ਆਪਣੀ ਕੌਮ ਤੋਂ ਬਗੈਰ ਦੂਸਰਿਆਂ ਦੀ ਹੋਂਦ ਨੂੰ ਬਰਦਾਸ਼ਤ ਨਹੀਂ ਕਰਨਗੇ, ਦੂਸਰਿਆਂ ਦੀ ਤਰੱਕੀ ਸਹਿਣ ਨਹੀਂ ਕਰਨਗੇ, ਜਿਨ੍ਹਾਂ ਦਾ ਧਰਮ, ਵਿਸ਼ਵਾਸ, ਰੰਗ, ਭਾਸ਼ਾ, ਸੱਭਿਆਚਾਰ, ਰਸਮ ਰਿਵਾਜ ਉਹਨਾਂ ਨਾਲੋਂ ਵੱਖਰੇ ਹਨ। ਕੌਮਾਂਤਰੀ ਪੱਧਰ 'ਤੇ ਜੋ ਕੁਝ ਵਾਪਰਿਆ ਹੈ ਸਾਰਾ ਕੁਝ ਸਾਨੂੰ ਪਤਾ ਆ। ਧਰਮਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਜਿਹੜੀ ਹੈ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਮਨੁੱਖ ਨੂੰ ਮਨੁੱਖਤਾਵਾਦੀ ਬਣਨ ਦੀ ਸਿੱਖਿਆ ਦਿੱਤੀ ਹੈ, ਕਿਉਂਕਿ ਮਨੁੱਖਤਾਵਾਦੀ ਭਾਵਨਾ ਦੀ ਅਣਹੋਂਦ ਜਿਹੜੀ ਹਮੇਸ਼ਾ ਜਿਹੜੀ ਹੈ ਦੇਸ਼ ਲਈ, ਸਮਾਜ ਲਈ ਘਾਤਕ ਸਿੱਧ ਹੁੰਦੀ ਹੈ। ਇਸ ਨਾਲ ਦੇਸ਼ ਜਿਹੜਾ ਪਿਛਾਂਹ ਜਾਂਦਾ, ਤਰੱਕੀ ਨਹੀਂ ਕਰ ਸਕਦਾ। ਅਤੇ ਪਹਿਲੀ ਵਾਰ ਧਰਮਾਂ ਦੇ ਇਤਿਹਾਸ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਮਨੁੱਖ ਨੂੰ ਮਨੁੱਖਤਾਵਾਦੀ ਬਣਨ ਦੀ ਸਿੱਖਿਆ ਦਿੱਤੀ, ਕਿਉਂਕਿ ਦੂਸਰੇ ਦੀ ਹੋਂਦ ਨੂੰ ਸਵੀਕਾਰ ਕਰਨ ਲਈ ਮਨੁੱਖਤਾਵਾਦੀ ਹੋਣਾ ਜ਼ਰੂਰੀ ਹੈ। ਮਨੁੱਖਤਾਵਾਦੀ ਹੋਣ ਲਈ ਭਰਾਤਰੀ ਭਾਵ ਦਾ ਅਹਿਸਾਸ ਚਾਹੀਦਾ ਹੈ। ਭਰਾਤਰੀ ਭਾਵ ਦੇ ਅਹਿਸਾਸ ਲਈ ਏਕ ਪਿਤਾ ਏਕ ਕੇ ਹਮ ਬਾਰਕ ਦਾ ਅਹਿਸਾਸ ਹੋਣਾ ਲਾਜ਼ਮੀ ਹੈ, ਜਿਸ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਭਨਾ ਜੀਆਂ ਕਾ ਇੱਕ ਦਾਤਾ ਦੇ ਉਪਦੇਸ਼ ਰਾਹੀਂ ਦ੍ਰਿੜ ਕਰਵਾਇਆ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਵਿੱਚ ਪਰਮਾਤਮਾ ਨੂੰ ਇੱਕ ਮੰਨ ਕੇ ਉਸ ਦੀ ਸਦੀਵੀ ਹੋਂਦ ਵਿੱਚ ਵਿਸ਼ਵਾਸ ਰੱਖਣ ਵਾਲੀ ਬਾਣੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਮਨੁੱਖਤਾ ਸਾਹਮਣੇ ਕਿਸੇ ਨੇ ਪਰਮਾਤਮਾ ਦਾ ਸਹੀ ਸਰੂਪ ਪ੍ਰਗਟ ਨਹੀਂ ਕੀਤਾ। ਜਿਸ ਤਰ੍ਹਾਂ ਭਾਈ ਡਾਕਟਰ ਹਰਦੇਵ ਸਿੰਘ ਜੀ ਗੱਲ ਕਰਕੇ ਗਏ ਨੇ, ਮਨੁੱਖਤਾ ਸਾਹਮਣੇ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਇਸ਼ਟ ਏਕਤਾ ਦਾ ਭਾਵ ਪ੍ਰਗਟ ਕੀਤਾ। ਦੋ ਚੀਜ਼ਾਂ ਨੇ, ਇਸ਼ਟ ਅਨੇਕਤਾ ਤੇ ਇਸ਼ਟ ਏਕਤਾ। ਜਿਹੜੀ ਇਸ਼ਟ ਅਨੇਕਤਾ ਹੈ ਮਨੁੱਖਤਾ ਵਿੱਚ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਵੰਡੀਆਂ ਪਾਉਣ ਦਾ ਕਾਰਨ ਬਣਦੀ ਹੈ, ਅਤੇ ਇਸ਼ਟ ਏਕਤਾ ਜਿਹੜੀ ਹੈ ਉਹ ਮਨੁੱਖਤਾ ਨੂੰ ਏਕਤਾ ਦੇ ਸੂਤਰ ਵਿੱਚ ਪਰੋਂਦੀ ਹੈ।
ਆਪਸੀ ਪ੍ਰੇਮ, ਭਾਈਚਾਰਾ, ਸਹਿਣਸ਼ੀਲਤਾ, ਸਮਾਜਿਕ ਭਾਈਚਾਰਾ ਪੈਦਾ ਕਰਦੀ ਹੈ। ਇਸ ਲਈ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਇਸ਼ਟ ਏਕਤਾ ਦਾ ਸੰਦੇਸ਼ ਦਿੱਤਾ। ਇਹ ਸੰਦੇਸ਼ ਦੇ ਕੇ ਸਮੁੱਚੀ ਮਨੁੱਖਤਾ ਨੂੰ ਇਹ ਦੱਸਿਆ ਕਿ ਵੱਖ-ਵੱਖ ਧਰਮ, ਅਕੀਦੇ ਮਨੁੱਖਤਾ ਰੂਪੀ ਮਾਲਾ ਦੇ ਮਣਕੇ ਹਨ। ਇਹਨਾਂ ਮਣਕਿਆਂ ਦੇ ਅੰਦਰ ਸੂਤਰ ਇੱਕ ਪਰਮਾਤਮਾ ਹੈ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਧਰਤੀ ਨੂੰ ਇਹੋ ਜਿਹੀ ਗੁਲਜ਼ਾਰ ਦੇਖਣਾ ਚਾਹੁੰਦੇ ਸਨ ਜਿਸ ਵਿੱਚ ਵੱਖ-ਵੱਖ ਰੰਗਾਂ ਦੇ, ਵੱਖ-ਵੱਖ ਰੂਪ ਦੇ, ਵੱਖ-ਵੱਖ ਖੁਸ਼ਬੋਈ ਬਿਖਰਨ ਵਾਲੇ ਫੁੱਲ ਜਿਹਦੇ ਵਿੱਚ ਹੋਣ। ਵੱਖ-ਵੱਖ ਧਰਮਾਂ ਵਿੱਚ ਇਸ਼ਟ ਨੂੰ ਕਿਸੇ ਵੀ ਨਾਂ ਨਾਲ ਸੰਬੋਧਨ ਕੀਤਾ ਜਾ ਸਕਦਾ ਹੈ, ਪਰੰਤੂ ਜਿਹੜੀ ਇਹ ਵਿੱਚ ਸੱਤਾ ਆ, ਜਿਹੜੀ ਹੈ ਪਰਮਾਤਮਾ, ਉਹ ਸਾਰਿਆਂ ਦਾ ਇੱਕੋ ਹੀ ਹੈ। ਜਿਸ ਮਰਜ਼ੀ ਨਾਮ ਨਾਲ ਉਸ ਨੂੰ ਸੰਬੋਧਿਤ ਕਰ ਲਿਆ ਜਾਵੇ ਉਸ ਨੂੰ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਏਕ ਮਹਿ ਸਰਬ ਸਰਬ ਮਹਿ ਏਕਾ, ਇਹ ਸਤਿਗੁਰ ਦੇਖ ਦਿਖਾਇਆ। ਇਸ ਪੰਕਤੀ ਰਾਹੀਂ ਜਿਹੜਾ ਨਾ ਗੁਰਮਤਿ ਦਾ ਜਿਹੜਾ ਆ ਇੱਕ ਵਿਲੱਖਣ ਫਲਸਫਾ ਜਿਹੜਾ ਆ ਗੁਰੂ ਨਾਨਕ ਪਾਤਸ਼ਾਹ ਨੇ ਪੇਸ਼ ਕੀਤਾ ਆ। ਬੇਸ਼ੱਕ ਪਰਮਾਤਮਾ ਨੂੰ ਇੱਕ ਕਈਆਂ ਹੋਰਾਂ ਨੇ ਵੀ ਮੰਨਿਆ ਸੀ, ਵਨ ਗਾਡ ਦੀ ਥਿਊਰੀ ਆਪਾਂ ਪੜ੍ਹਦੇ ਹਾਂ, ਹੋਰ ਧਰਮਾਂ ਨੇ ਵੀ ਇੱਕ ਮੰਨਿਆ ਪਰਮਾਤਮਾ ਨੂੰ। ਪੁੱਤਰ ਇਹ ਜਿਹੜਾ ਫਲਸਫਾ ਨੇ ਇੱਕ ਪੰਕਤੀ ਵਿੱਚ ਜਿਹੜਾ ਸਾਰਾ ਸਮੋਇਆ ਹੋਇਆ ਡਾਕਟਰ ਸਾਹਿਬ, ਏਕ ਮੈਂ ਸਰਬ ਸਰਬ ਮੈਂ ਏਕਾ, ਇਹ ਸਤਿਗੁਰ ਦੇਖ ਦਿਖਾਇਆ, ਇਹ ਗੁਰਮਤਿ ਦੀ ਇੱਕ ਬੜੀ ਵਿਲੱਖਣ ਜਿਹੜੀ ਪਹਿਚਾਣ ਪੈਦਾ ਕਰਦਾ ਆ। ਇਸ ਇੱਕ ਪੰਕਤੀ ਅੰਦਰ ਗੁਰਮਤਿ ਦੇ ਨਿਆਰੇਪਨ ਵਾਲਾ ਫਲਸਫਾ ਸਮੋਇਆ ਹੋਇਆ ਹੈ। ਪਰਮਾਤਮਾ ਨੂੰ ਇੱਕ ਤਾਂ ਹੋਰਨਾਂ ਨੇ ਮੰਨਿਆ ਸੀ, ਪਰ ਤੋਂ ਇਹ ਵਿਚਾਰਧਾਰਾ ਦੱਸਦੀ ਹੈ ਕਿ ਸਮਸਤ ਕਾਇਨਾਤ, ਖੰਡ ਮੰਡਲ ਵਰ ਭੰਡ, ਸਗਲੇ ਜੀ ਜੰਤ, ਸਾਰੀਆਂ ਮਨੁੱਖੀ ਜਾਤੀਆਂ ਇੱਕ ਪਰਮਾਤਮਾ ਵਿੱਚੋਂ ਪੈਦਾ ਹੋਈਆਂ ਹਨ ਅਤੇ ਉਹ ਇੱਕ ਪਰਮਾਤਮਾ ਇਹਨਾਂ ਸਾਰਿਆਂ ਦੇ ਵਿੱਚ ਵਿਦਮਾਨ ਹੈ। ਕਿਉਂਕਿ ਸਾਰਿਆਂ ਵਿੱਚ ਜਿਹੜਾ ਵਿਦਮਾਨ ਜਿਹੜਾ ਜਿਹੜੀ ਇੱਕ ਓਂਕਾਰ ਦੀ ਜਿਹੜੀ ਕਾਰ ਆ, ਪਰਮਾਤਮਾ ਰਮਿਆ ਹੋਇਆ ਆ, ਇਹ ਸ਼ਾਇਦ ਪਹਿਲਾਂ ਕਿਸੇ ਨੇ ਨਹੀਂ ਸਵੀਕਾਰ ਕੀਤਾ। ਜਦੋਂ ਇਸ ਨੂੰ ਸਵੀਕਾਰ ਕਰ ਲਿਆ ਜਾਵੇ ਤਾਂ ਸਦਭਾਵਨਾ ਜਿਹੜੀ ਸਹਿ ਹੋਣ ਦੀ ਜਿਹੜੀ ਸਮੱਸਿਆ ਆਪਣੇ ਆਪ ਖਤਮ ਹੋ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਵਿੱਚ ਜਿਹੜੀਆਂ ਨੇ ਕਾਫੀ ਪੰਕਤੀਆਂ ਨੇ, ਸਮੇਂ ਦੀ ਥੋੜ੍ਹੀ ਘਾਟ ਆ, ਜਿੱਥੇ ਗੁਰੂ ਸਾਹਿਬ ਨੇ ਦੂਸਰੇ ਧਰਮਾਂ ਨੂੰ ਦੇਖਿਆ, ਜੋਗੀਆਂ ਨੂੰ, ਮੁਸਲਮਾਨਾਂ ਨੂੰ, ਉਹਨਾਂ ਨੂੰ ਕਿਸੇ ਪ੍ਰਤੀ ਨਫ਼ਰਤ ਨਹੀਂ ਜ਼ਾਹਰ ਕੀਤੀ ਵੀ ਤੂੰ ਮੈਨੂੰ ਨਹੀਂ ਚਾਹੀਦਾ। ਉਹਨਾਂ ਨੇ ਕਿਹਾ ਹਰੇਕ ਨੂੰ ਜੀ ਆਇਆ ਆ, ਹਰੇਕ ਜਿਹੜਾ ਸਤਿਕਾਰਯੋਗ ਆ, ਜੇਕਰ ਉਹਦੇ ਵਿੱਚ ਕੋਈ ਕਮੀ ਪੇਸ਼ੀ ਦੇਸੀ ਉਸ ਨੂੰ ਹੋਰ ਸਵਾਰਨ ਦਾ ਕੰਮ ਕਾਰਜ ਕੀਤਾ ਗੁਰੂ ਸਾਹਿਬ ਨੇ। ਗੁਰੂ ਸਾਹਿਬ ਨੇ ਬ੍ਰਾਹਮਣ ਨੂੰ ਉਪਦੇਸ਼ ਦਿੰਦੇ ਹੋਏ ਫਰਮਾਇਆ, ਜੇ ਤੂੰ ਬ੍ਰਾਹਮਣ ਹੈ ਤਾਂ ਜੀ ਸਦਕੇ, ਪਰ ਤੂੰ ਇਹੋ ਜਿਹਾ ਗੁਣਾਂ ਦਾ ਧਾਰਨੀ ਬਣ। ਸੋ ਬ੍ਰਾਹਮਣ ਜੋ ਬਿੰਦੇ ਬ੍ਰਹਮ, ਜਪ ਤਪ ਸੰਜਮ ਕਮਾਵੈ ਕਰਮ, ਸੀਲ ਸੰਤੋਖ ਕਾ ਰਾਖੈ ਧਰਮ, ਬੰਧਨ ਤੋੜੈ ਹੋਵੈ ਮੁਕਤ, ਸੋਈ ਬ੍ਰਾਹਮਣ ਪੂਜਨ ਜੁਗਤ। ਇਸ ਤਰ੍ਹਾਂ ਜੋਗੀ ਨੂੰ ਕਿਹਾ, ਸੋ ਜੋਗੀ ਜੋ ਜੁਗਤ ਪਛਾਣੈ, ਗੁਰ ਪ੍ਰਸਾਦੀ ਏਕੋ ਜਾਣੈ। ਇੱਕ ਹੋਰ ਪੰਕਤੀ ਹੈ, ਸੋ ਜੋਗੀ ਗੁਰ ਸ਼ਬਦ ਪਛਾਣੈ, ਅੰਤਰ ਕਮਲ ਪ੍ਰਗਾਸ ਥੀਆ, ਜੀਵਤ ਮਰੈ ਤਾਂ ਸਭ ਕੁਝ ਸੂਝੈ, ਅੰਤਰ ਜਾਣੈ ਸਰਬ ਦਇਆ, ਨਾਨਕ ਤਾਕੋ ਮਿਲੈ ਵਡਾਈ, ਆਪ ਪਛਾਣੈ ਸਰਬ ਜੀਆ। ਇਹਨਾਂ ਵਿੱਚ ਵੀ ਜਿਹੜੀ ਇਹ ਨਾਲੇ ਉਹਨਾਂ ਨੂੰ ਸਿੱਖਿਆ ਦਿੱਤੀ, ਉਹਨਾਂ ਨੂੰ ਤੁਸੀਂ ਇਹੋ ਜਿਹੇ ਤੁਸੀਂ ਗੁਣਾਂ ਦੇ ਧਾਰਨੀ ਬਣੋ। ਇਹਦੇ ਵਿੱਚ ਨਾਲੇ ਜਿਹੜੀ ਹੈਗੀ ਮਨੁੱਖੀ ਸਹਿ ਹੋਣ ਦਾ ਜਿਹੜਾ ਆ ਸੰਦੇਸ਼ ਉਹ ਵੀ ਛੁਪਿਆ ਹੋਇਆ ਇਹਨਾਂ ਦੇ ਵਿੱਚ ਜਿਹੜਾ ਆ। ਸਮਾਂ ਹੋ ਗਿਆ, ਸੋ ਤਤਸਾਰ ਵਿੱਚ ਸਮਾਂ ਮੈਂ ਜ਼ਿਆਦਾ ਨਾ ਲਵਾਂ। ਤਤਸਾਰ ਵਿੱਚ ਮੈਂ ਜਿਹੜੀ ਇਹ ਆਪਣੇ ਪਰਚੇ ਨੂੰ ਸੰਕੋਚ ਕਰਦਾ ਵਾਂ, ਸਮੇਂ ਦੀ ਥੋੜ੍ਹੀ ਘਾਟ ਆ, ਬਾਕੀ ਸਰੋਤਿਆਂ ਨੇ ਵੀ ਬੋਲਣਾ ਆ। ਜਦੋਂ ਮਨੁੱਖ ਨੂੰ ਇਸ਼ਟ ਏਕਤਾ ਦਾ ਅਹਿਸਾਸ ਹੋ ਜਾਵੇ ਤਾਂ ਫਿਰ ਮਨੁੱਖ ਆਪਣੇ ਮਨ ਵਿੱਚੋਂ ਊਚ ਨੀਚ, ਜਾਤ ਪਾਤ, ਵੈਰ ਵਿਰੋਧ, ਨਫ਼ਰਤ ਨੂੰ ਖਤਮ ਕਰਕੇ ਆਪਣੇ ਅੰਦਰ ਸਰਬ ਸਾਂਝੀ ਵਾਲਤਾ ਦਾ ਅਹਿਸਾਸ ਜਗਾਉਂਦਾ ਹੈ। ਫਿਰ ਉਹ ਕਿਸੇ ਵਿਸ਼ੇਸ਼ ਧਰਮ ਅਕੀਦੇ ਨਾਲ ਜੁੜਿਆ ਹੋਣ ਦੇ ਨਾਲ ਨਾਲ ਪਹਿਲਾਂ ਮਨੁੱਖਤਾਵਾਦੀ ਹੁੰਦਾ ਹੈ। ਸਮੁੱਚੀ ਮਨੁੱਖਤਾ ਦਾ ਦਰਦ ਉਸ ਦਾ ਆਪਣਾ ਦਰਦ ਬਣ ਜਾਂਦਾ ਹੈ। ਜਦੋਂ ਮਨੁੱਖ ਦੇ ਅੰਦਰ ਮਨੁੱਖਤਾ ਦਾ ਦਰਦ ਪੈਦਾ ਹੋ ਜਾਵੇ ਤਾਂ ਗੁਰੂ ਨਾਨਕ ਸਾਹਿਬ ਦੇ ਆਸ਼ਿਆਂ ਵਾਲਾ ਆਦਰਸ਼ਕ ਮਨੁੱਖ ਬਣ ਜਾਂਦਾ ਹੈ। ਸਿੱਖ ਇਸ ਧਰਤੀ ਉੱਪਰ ਮਨੁੱਖੀ ਸਹਿ ਹੋਂਦ ਵਾਲੇ ਆਦਰਸ਼ਕ ਮਨੁੱਖ ਦੀ ਮਿਸਾਲ ਹੈ। ਸਿੱਖ ਰੋਜ਼ਾਨਾ ਅਰਦਾਸ ਵਿੱਚ ਜਿੱਥੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੀ ਜਾਚਨਾ ਕਰਦਾ ਹੈ, ਉੱਥੇ ਸਰਬੱਤ ਦੇ ਕਾਰਜ ਰਾਸ ਕਰਨੇ ਅਤੇ ਤੇਰੇ ਭਾਣੇ ਸਰਬੱਤ ਦਾ ਭਲਾ ਦੀ ਕਾਮਨਾ ਵੀ ਕਰਦਾ ਹੈ। ਇਹ ਹੈਗੀ ਹੈ ਮਨੁੱਖੀ ਸਹਿ ਹੋਂਦ, ਸਾਰਿਆਂ ਦੀ ਹੋਂਦ ਨੂੰ ਸਵੀਕਾਰਨਾ, ਸਾਰਿਆਂ ਦਾ ਭਲਾ ਮੰਗਣਾ। ਸੋ ਸੰਖੇਪ ਵਿੱਚ ਅਸੀਂ ਅਖੀਰ ਵਿੱਚ ਇਹੀ ਕਵਾਂਗੇ ਕਿ ਗੁਰੂ ਸਾਹਿਬ ਮਿਹਰ ਕਰਨ। ਸਭ ਤੋਂ ਪਹਿਲਾਂ ਸਾਨੂੰ ਜਿਹੜਾ ਆ ਅਸੀਂ ਆਪ ਪੰਥਕ ਏਕਤਾ ਇਤਫਾਕ ਲਈ ਪਰਮਾਤਮਾ ਅੱਗੇ ਅਰਦਾਸ ਕਰੀਏ। ਪੰਥਕ ਵਿੱਚ ਜੇ ਕੋਈ ਵਖਰੇਵੇਂ ਨੇ ਵਿਚਾਰਧਾਰਾ ਦੇ ਪੱਖ ਤੋਂ, ਉਸ ਨੂੰ ਅਸੀਂ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਰਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਿਸਾਏ ਦੇ ਗੁਰਮਤ ਆਦਰਸ਼ ਅਨੁਸਾਰ ਅਸੀਂ ਹੱਲ ਕਰ ਸਕੀਏ ਅਤੇ ਜੋ ਗੁਰੂ ਨਾਨਕ ਪਾਤਸ਼ਾਹ ਨੇ ਸੰਦੇਸ਼ ਦਿੱਤਾ ਹੈ ਮਨੁੱਖੀ ਸਹਿ ਹੋਣ ਦਾ, ਉਸ ਨੂੰ ਅਸੀਂ ਘਰ ਘਰ ਸਾਰੀ ਦੁਨੀਆ ਵਿੱਚ ਪਹੁੰਚਾ ਸਕੀਏ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।